So hello students, how are you? Today I am back with another essay. ਇਹ essay ਉਹ ਆ ਜਿਹੜਾ ਪਿੱਛੇ ਐਗਜ਼ਾਮ ਲੰਘ ਕੇ ਗਿਆ 10 ਨਵੰਬਰ 2022 ਨੂੰ ਲੰਘ ਕੇ ਗਿਆ। ਇਹ essay ਆਇਆ ਸੀ। ਕੀ essay ਆਇਆ ਸੀ? We will see in detail। ਪਰ ਜੋ ਸਟੂਡੈਂਟਸ ਜਿਹੜੇ ਐਗਜ਼ਾਮ ਦੇ ਵਿੱਚ essay ਆ ਰਹੇ ਉਹਨਾਂ ਨੂੰ ਕਰ ਲੈਣਗੇ that will be very helpful for them। ਤਾਂ ਉਹਨਾਂ ਦੀ ਰਾਈਟਿੰਗ ਦਾ ਸਕੋਰ ਕਾਫੀ ਉੱਪਰ ਜਾਏਗਾ। So let's see ਐਗਜ਼ਾਮ ਦੇ ਵਿੱਚ ਕੀ essay ਆਇਆ। In many workplaces, ਸੋ ਕਿੱਥੋਂ ਦੀ ਗੱਲ ਆ ਗਈ ਆਪਾਂ ਨੂੰ ਪਹਿਲਾਂ ਹੀ ਪੜ੍ਹ ਕੇ ਪਤਾ ਲੱਗ ਗਿਆ ਕਿੱਥੋਂ ਦੀ ਗੱਲ ਹੈਗੀ ਆ ਕਿ ਬਈ ਵਰਕਪਲੇਸਿਸ ਦੀ ਗੱਲ। ਆਨਲਾਈਨ ਕਮਿਊਨੀਕੇਸ਼ਨ ਇਜ਼ ਗੈਟਿੰਗ ਮੋਰ ਕਾਮਨ। ਕਿਹੜਾ ਕਮਿਊਨੀਕੇਸ਼ਨ? ਆਨਲਾਈਨ ਕਮਿਊਨੀਕੇਸ਼ਨ। ਆਨਲਾਈਨ ਕਮਿਊਨੀਕੇਸ਼ਨ ਮਤਲਬ ਜਿਵੇਂ ਮੀਟਿੰਗਸ ਹੁੰਦੀਆਂ ਜ਼ੂਮ ਤੇ ਹੋ ਗਈ, ਕਾਨਫਰੰਸਿਸ ਹੋ ਗਈਆਂ, ਠੀਕ ਹੈ, ਵੀਡੀਓ ਕਾਲ ਤੇ ਹੋ ਗਈ, ਟ੍ਰੇਨਿੰਗ ਪ੍ਰੋਗਰਾਮਸ ਹੋ ਗਏ ਕੰਪਨੀਆਂ ਦੇ ਵਿੱਚ, ਉਹ ਵੀ ਕਾਹਦੇ ਤੇ ਹੋ ਗਏ? ਆਨਲਾਈਨ ਹੋ ਗਏ। ਸੋ ਜਿਹੜਾ ਇੱਕ ਦੂਜੇ ਨਾਲ ਕਮਿਊਨੀਕੇਸ਼ਨ ਆ, ਜਿਵੇਂ ਇੱਕ ਦੂਜੇ ਨੂੰ ਮੇਲ ਭੇਜਤੀ, ਕਿਸੇ ਵੀ ਤਰ੍ਹਾਂ ਦਾ ਕਮਿਊਨੀਕੇਟ, ਇੱਕ ਦੂਜੇ ਨਾਲ ਰਾਬਤਾ ਜੁੜ ਰਿਹਾ। ਸੋ ਆਫਿਸਿਸ ਦੇ ਵਿੱਚ ਆਨਲਾਈਨ ਕਮਿਊਨੀਕੇਸ਼ਨ ਕੀ ਹੋ ਰਿਹਾ? ਇਜ਼ ਗੈਟਿੰਗ ਮੋਰ ਕਾਮਨ, ਜ਼ਿਆਦਾ ਪਪੂਲਰ ਹੋ ਰਿਹਾ ਦੈਨ ਮੀਟਿੰਗ ਫੇਸ ਟੂ ਫੇਸ। ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਜਵਾਕ ਕੀ ਦੇਖਣਗੇ ਕਿ ਆਨਲਾਈਨ ਕਮਿਊਨੀਕੇਸ਼ਨ ਇੱਕ ਪਾਸੇ ਕੀ ਹੈਗਾ? ਮੀਟਿੰਗ ਫੇਸ ਟੂ ਫੇਸ। ਕਿਤੇ ਐਂ ਨਾ ਕੱਲੇ ਮਤਲਬ ਤੋਰ ਲਿਓ ਐਸੇ ਨੂੰ ਕਿ ਆਨਲਾਈਨ ਕਮਿਊਨੀਕੇਸ਼ਨ ਬਾਰੇ ਲਿਖਣਾ ਕਿ ਮੀਟਿੰਗ ਫੇਸ ਟੂ ਫੇਸ ਲਿਖਣਾ। ਇੱਕ ਇਹਨਾਂ ਨੇ ਇਹਦੇ ਤੇ ਰੈਸਟ੍ਰਿਕਸ਼ਨ ਲਗਾਤੀ। ਕੀ ਰੈਸਟ੍ਰਿਕਸ਼ਨ ਲਾਤੀ? ਵਰਕ ਪਲੇਸ ਦੀ। ਪਹਿਲੀ ਗੱਲ ਤਾਂ ਜਿਹੜੀ ਵੀ ਤੁਸੀਂ ਟਾਸਕ ਅਚੀਵਮੈਂਟ ਹੋਏਗੀ ਉਹ ਤੁਹਾਡੀ ਇਹਦੇ ਤੇ ਸੰਬੰਧਿਤ ਰਹੇਗੀ। ਆਨਲਾਈਨ ਕਮਿਊਨੀਕੇਸ਼ਨ ਪਪੂਲਰ ਹੋ ਰਿਹਾ, ਕਿਹਦੇ ਨਾਲੋਂ ਪਪੂਲਰ ਹੋ ਰਿਹਾ? ਮੀਟਿੰਗ ਫੇਸ ਟੂ ਫੇਸ। ਮਤਲਬ ਲੋਕ ਅੱਗੇ ਫੇਸ ਟੂ ਫੇਸ ਮਿਲਦੇ ਹੁੰਦੇ ਸੀ, ਪਰ ਜਿਹੜੀ ਇਹਦੇ ਤੇ ਮੇਨ ਰੈਸਟ੍ਰਿਕਸ਼ਨ ਲੱਗੀ ਉਹ ਕਿਹਦੀ ਗੱਲ ਹੈਗੀ ਆ? ਵਰਕ ਪਲੇਸਿਸ ਦੀ। ਸੋ ਆਨਲਾਈਨ ਕਮਿਊਨੀਕੇਸ਼ਨ ਦੇ ਨਾਲ ਦੇ ਮਿਲਦੇ ਜੁਲਦੇ ਪੁਆਇੰਟ ਆਪਾਂ ਸਿਰਫ ਤੇ ਸਿਰਫ ਕਿਹਦੇ ਨਾਲ ਰਿਲੇਟਡ ਲਿਖਣੇ ਆ? ਵਰਕ ਪਲੇਸਿਸ ਦੇ ਨਾਲ। ਜੇ ਤੁਸੀਂ ਵੈਸੇ ਪੁਆਇੰਟ ਲਿਖ ਦੋ ਕਿ ਆਨਲਾਈਨ ਕਮਿਊਨੀਕੇਸ਼ਨ ਦੇ ਕੀ ਫਾਇਦੇ ਨੇ, ਕੀ ਨੁਕਸਾਨ ਆ, ਦੋਜ਼ ਵਿਲ ਬੀ ਰੋਂਗ ਪੁਆਇੰਟਸ। ਫਿਰ ਨਾ ਕਹਿਣਾ ਕਿ ਜੀ ਅਸੀਂ ਐਸੇ ਵਧੀਆ ਕੀਤਾ ਸੀ ਪਰ 5.5 ਰਹਿ ਗਏ, ਟਾਸਕ ਅਚੀਵਮੈਂਟ ਪੂਰੀ ਨਹੀਂ ਹੋਏਗੀ। ਅੱਗੇ ਕੁਐਸਚਨ ਕੀ ਆ? Do advantages of this development। this development ਦਾ ਮਤਲਬ ਕੀ ਬਈ? ਕਿ ਜਿਹੜਾ ਅੱਜ ਕੱਲ ਆਨਲਾਈਨ ਕਮਿਊਨੀਕੇਸ਼ਨ ਕੀ ਹੋ ਰਿਹਾ? ਦਿਨੋਂ ਦਿਨ ਵੱਧ ਰਿਹਾ ਵਰਕ ਪਲੇਸਿਸ ਦੇ ਵਿੱਚ, ਆਫਿਸਿਸ ਦੇ ਵਿੱਚ, ਪ੍ਰੋਫੈਸ਼ਨਲ ਲਾਈਫ ਦੇ ਵਿੱਚ ਜਿਹੜਾ ਆਪਣੇ ਕੋਲੇ ਆਨਲਾਈਨ ਕਮਿਊਨੀਕੇਸ਼ਨ ਹੋ ਰਿਹਾ, ਕੀ ਤੁਹਾਨੂੰ ਲੱਗਦੀਆਂ ਉਹਦੀਆਂ ਐਡਵਾਂਟੇਜਸ ਆਊਟਵੇ ਦਾ ਮਤਲਬ ਕੀ ਹੁੰਦਾ? ਜ਼ਿਆਦਾ ਨੇ। ਕਿਹਦੇ ਨਾਲੋਂ ਜ਼ਿਆਦਾ ਨੇ? ਡਿਸਐਡਵਾਂਟੇਜਸ ਦੇ ਨਾਲ। ਸੋ ਵੀ ਆਰ ਵੈਰੀ ਕਲੀਅਰ, ਐਸੇ ਇਜ਼ ਔਨ ਆਨਲਾਈਨ ਕਮਿਊਨੀਕੇਸ਼ਨ। ਆਨਲਾਈਨ ਕਮਿਊਨੀਕੇਸ਼ਨ ਜ਼ਿਆਦਾ ਪਪੂਲਰ ਹੋ ਰਿਹਾ ਕਿਹਦੇ ਨਾਲੋਂ? ਫਿਜ਼ੀਕਲ ਮੀਟਿੰਗ ਦੇ ਨਾਲੋਂ। ਪਰ ਸਿਰਫ ਤੇ ਸਿਰਫ ਕਿੱਥੇ? ਆਮ ਜ਼ਿੰਦਗੀ ਦੇ ਵਿੱਚ ਨਹੀਂ, ਸਿਰਫ ਤੇ ਸਿਰਫ ਕਿੱਥੇ? ਵਰਕ ਪਲੇਸਿਸ ਤੇ। ਸੋ ਆਪਾਂ ਕੀ ਲਿਖਣਾ ਕਿ ਕੀ ਇਸ ਫਿਨੋਮੇਨੇ ਦੀਆਂ ਐਡਵਾਂਟੇਜਸ ਡਿਸਐਡਵਾਂਟੇਜਸ ਤੋਂ ਜ਼ਿਆਦਾ? ਇਹਨੂੰ ਆਪਾਂ ਤਿੰਨ ਤਰੀਕੇ ਨਾਲ ਲਿਖ ਸਕਦੇ ਹਾਂ। ਤੁਸੀਂ ਕਹਿ ਸਕਦੇ ਹੋ ਕਿ ਹਾਂਜੀ ਐਡਵਾਂਟੇਜਸ ਜ਼ਿਆਦਾ ਡਿਸਐਡਵਾਂਟੇਜਸ ਦੇ ਨਾਲੋਂ। ਵਨ ਸਾਈਡਡ ਐਸੇ ਆਪਾਂ ਸਾਰੀਆਂ ਦੀਆਂ ਕੀ ਲਿਖਾਂਗੇ? ਐਡਵਾਂਟੇਜਸ ਲਿਖਾਂਗੇ। ਤੁਸੀਂ ਕਹਿ ਸਕਦੇ ਹੋ ਕਿ ਨਹੀਂ ਜੀ ਇਹਦੀਆਂ ਤਾਂ ਡਿਸਐਡਵਾਂਟੇਜਸ ਕੀ ਨੇ? ਜ਼ਿਆਦਾ ਨੇ। ਤੁਸੀਂ ਕਿਹੜੇ ਵਾਲੇ ਪਾਸੇ ਲਿਖ ਸਕਦੇ ਹੋ? ਸਾਰੀਆਂ ਕੀ ਲਿਖ ਸਕਦੇ ਹੋ? ਡਿਸਐਡਵਾਂਟੇਜਸ। ਕਿਹਦੀਆਂ ਡਿਸਐਡਵਾਂਟੇਜਸ? ਆਨਲਾਈਨ ਕਮਿਊਨੀਕੇਸ਼ਨ ਦੀਆਂ ਵਰਕ ਪਲੇਸਿਸ ਦੇ ਵਿੱਚ। ਤੀਜਾ ਤਰੀਕਾ ਵੀ ਕੀ ਹੈਗਾ ਕਿ ਤੁਸੀਂ ਕੀ ਲਿਖ ਦਿਓ? ਐਡਵਾਂਟੇਜਸ ਵੀ ਲਿਖ ਦਿਓ ਤੇ ਤੁਸੀਂ ਕੀ ਲਿਖ ਦਿਓ? ਡਿਸਐਡਵਾਂਟੇਜਸ ਵੀ ਲਿਖ ਦਿਓ। ਠੀਕ ਹੈ, ਬਟ ਆਈ ਹੈਵ ਚੋਜ਼ ਟੂ ਰਾਈਟ ਇਟ ਵਨ ਸਾਈਡਡ ਮਤਲਬ ਇੱਕ ਪਾਸੇ ਲੈ ਕੇ ਜਾਵਾਂਗੇ। ਕੋਈ ਜ਼ਰੂਰੀ ਨਹੀਂ ਕਿ ਤੁਸੀਂ ਇੱਕ ਪਾਸੇ ਲੈ ਕੇ ਜਾਣਾ। ਠੀਕ ਹੈ, ਐਡਵਾਂਟੇਜ ਡਿਸਐਡਵਾਂਟੇਜਸ ਦੋਨੋਂ ਵੀ ਲਿਖ ਸਕਦੇ ਹੋ। ਵਰਡ ਹੈਗਾ ਆਊਟਵੇ, ਤਾਂ ਇੱਕ ਪਾਸੇ ਵੀ ਲਿਖ ਸਕਦੇ ਹੋ ਆਹਾ ਇਹਦੇ ਨਾਲੋਂ ਜ਼ਿਆਦਾ ਨੇ। ਸੋ ਮੈਨੂੰ ਲੱਗਦਾ ਕਿ ਇਹਦੀਆਂ ਐਡਵਾਂਟੇਜਸ ਕੀ ਨੇ? ਜ਼ਿਆਦਾ ਨੇ। ਸੋ ਆਪਾਂ ਇਹਨੂੰ ਐਸੇ ਉਸ ਹਿਸਾਬ ਨਾਲ ਡਿਜ਼ਾਈਨ ਕਰਾਂਗੇ। ਸੋ ਫਸਟ ਆਫ ਆਲ what we have to write introduction। ਸੋ ਇੰਟਰੋਡਕਸ਼ਨ ਦੇ ਵਿੱਚ ਕਿਹੜੀਆਂ ਦੋ ਚੀਜ਼ਾਂ ਜੀ? ਇੰਟਰੋਡਕਸ਼ਨ ਦੇ ਵਿੱਚ ਪਹਿਲੀ ਲਾਈਨ ਕਿਹੜੀ ਹੈਗੀ ਆ? ਪੈਰਾਫਰੇਸ। ਦੂਜੀ ਲਾਈਨ ਕੀ ਹੈਗੀ ਆ? ਆਊਟਲਾਈਨ ਐਂਡ ਥੀਸਿਸ। ਸੋ ਦੋ ਲਾਈਨਾਂ ਤੋਂ ਮਿਲਾ ਕੇ ਇੰਟਰੋਡਕਸ਼ਨ ਬਣਦੀ ਆ। ਠੀਕ ਹੈ, ਇੱਕ ਪੈਰਾਫਰੇਸ, ਇੱਕ ਆਊਟਲਾਈਨ ਐਂਡ ਥੀਸਿਸ। ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਪਾਰਟ ਆਫ ਯੂਰ ਐਸੇ। ਐਗਜ਼ਾਮੀਨਰ ਨੂੰ ਇੱਥੋਂ ਹੀ ਪਤਾ ਲੱਗ ਜੂ ਪੈਰਾਫਰੇਸ ਤੋਂ ਵੀ ਕਿੱਧਰ ਨੂੰ ਕਿੰਨੇ ਕਿਹਦੇ ਨੰਬਰ ਨੇ, ਕਿੱਧਰ ਨੂੰ ਜਾਂਦਾ ਇਹ, ਕੀ ਕੁਝ ਕਰੂਗਾ। ਫਿਰ ਆਊਟਲਾਈਨ ਤੇ ਥੀਸਿਸ ਤੁਸੀਂ ਐਸੇ ਨੂੰ ਕਿੱਧਰ ਨੂੰ ਲੈ ਕੇ ਜਾਓਗੇ, ਇੱਥੋਂ ਹੀ ਪਤਾ ਲੱਗੂ।
ਕੋਹੀਰੈਂਸ ਵਗੈਰਾ ਇਹਦੇ ਹਿਸਾਬ ਨਾਲ ਹੀ ਬਣਨੀ ਆ। ਸੋ ਪੇ ਅਟੈਂਸ਼ਨ, ਕਿੱਦਾਂ ਆਪਾਂ ਲਿਖਣੀ ਆ ਪੈਰਾਫਰੇਸ ਤੇ ਆਊਟਲਾਈਨ ਥੀਸਿਸ ਇਹਦੀ ਕਿੱਦਾਂ ਲਿਖਣੀ ਆ, ਜਦੋਂ ਕਿਹੜੀ ਆ ਜੇ ਆਪਣੇ ਕੋਲੇ ਡੂ ਐਡਵਾਂਟੇजेस ਆਫ ਦਿਸ ਡਿਵੈਲਪਮੈਂਟ ਆਊਟਵੇ ਡਿਸਐਡਵਾਂਟੇजेस। ਚਲੋ ਲੈਟਸ ਰਾਈਟ ਬਈ ਇਹਦੀ ਆਪਾਂ ਪੈਰਾਫਰੇਸ ਲਿਖੀਏ ਤੇ ਆਊਟਲਾਈਨ ਐਂਡ ਥੀਸਿਸ ਲਿਖੀਏ। ਆ ਜਾਓ ਬਈ ਹੁਣ ਆਪਾਂ ਕੀ ਕਰੀਏ, ਪੈਰਾਫਰੇਸ ਕਰੀਏ। ਪੈਰਾਫਰੇਸ ਪਤਾ ਹੀ ਆ ਕਿ ਮੀਨਿੰਗ ਆਪਾਂ ਸੇਮ ਰੱਖਣਾ, ਵਰਡਿੰਗ ਕੀ ਕਰਨੀ ਆ ਆਪਾਂ ਚੇਂਜ ਕਰਨੀ ਆ। ਮਾੜੇ ਜਿਹਾ ਦੇਖ ਲਈਏ ਮੇਨ ਵਰਡ ਜੇ ਕਿਹੜੇ ਆ। ਵਰਕ ਪਲੇਸ ਹੈਗਾ ਜੀ, ਵਰਕ ਪਲੇਸ ਨੂੰ ਆਪਾਂ ਕੀ ਲਿਖ ਲਾਂਗੇ, ਆਫਿਸ ਲਿਖ ਸਕਦੇ ਆ, ਠੀਕ ਹੈ ਆਰਾਮ ਨਾਲ। ਆਨਲਾਈਨ ਕਮਿਊਨੀਕੇਸ਼ਨ, ਕਿਹੜਾ ਕਮਿਊਨੀਕੇਸ਼ਨ ਕਰਦੇ ਆ, ਆਨਲਾਈਨ ਕਮਿਊਨੀਕੇਸ਼ਨ। ਸੋ ਇਹਨੂੰ ਆਪਾਂ ਕੀ ਲਿਖੀਏ ਯਾਰ, ਆਨਲਾਈਨ ਕਮਿਊਨੀਕੇਸ਼ਨ। ਆਨਲਾਈਨ ਕਮਿਊਨੀਕੇਸ਼ਨ ਦਾ ਮਤਲਬ ਵੀਡੀਓ ਕਾਲਾਂ ਦੇ ਥਰੂ, ਟੈਕਸਟ ਮੈਸੇਜ ਦੇ ਥਰੂ, ਈਮੇਲ ਭੇਜਣੀ, ਇਹ ਸਾਰੇ ਕਿਹੜੇ ਕਮਿਊਨੀਕੇਸ਼ਨ ਹੋ ਗਏ, ਆਨਲਾਈਨ। ਸੋ ਇਹਨੂੰ ਆਪਾਂ ਇਹ ਲਿਖ ਸਕਦੇ ਆ। ਹੋਰ ਫਿਰ ਕੀ ਆ ਗਿਆ, ਕਾਮਨ ਹੋ ਰਿਹਾ। ਕਾਮਨ ਦੀ ਥਾਂ ਤੇ ਆਪਾਂ ਮਤਲਬ ਕੀ ਬਣ ਰਿਹਾ, ਪਪੂਲਰ ਬਣ ਰਿਹਾ, ਆਮ ਬਣ ਰਿਹਾ ਜਾਂ ਪਪੂਲਰ ਬਣ ਰਿਹਾ। ਦੈਨ ਮੀਟਿੰਗ ਫੇਸ ਟੂ ਫੇਸ, ਸੋ ਫਿਜ਼ੀਕਲ ਇੰਟਰੈਕਸ਼ਨ ਆਪਾਂ ਲਿਖ ਸਕਦੇ ਹਾਂ, ਠੀਕ ਹੈ। ਸੋ ਇਹਨੂੰ ਆਪਾਂ ਮੇਨ ਜੇ ਆਪਾਂ ਵਰਡ ਇੱਕ ਵਾਰੀ ਦੇਖ ਲਏ, ਸੋ ਇਹਨੂੰ ਦੇਖ ਕੇ ਆਪਾਂ ਕੀ ਬਣਾਉਣੇ ਆ, ਪੈਰਾਫਰੇਸ ਕਰਦੇ ਆ ਆਪਾਂ, ਠੀਕ ਹੈ। ਸੋ ਆਪਾਂ ਕੀ ਲਿਖਿਆ, EMPLOYEES ਪ੍ਰੈਫਰ ਅਟੈਂਡਿੰਗ ਮੀਟਿੰਗਸ ਐਂਡ ਕਨੈਕਟਿੰਗ ਵਿਦ देयर ਟੀਮਸ। ਸੋ ਜਿਹੜੇ EMPLOYEES ਨੇ, EMPLOYEES ਵਰਡ ਆ ਗਿਆ ਤਾਂ ਪੀਪਲ ਦਾ ਮਤਲਬ ਕੀ ਹੁੰਦਾ, ਆਮ ਲੋਕ। EMPLOYEES ਦਾ ਮਤਲਬ ਕੌਣ, ਜਿਹੜੇ ਕੰਮ ਕਰਦੇ ਆ। ਸੋ ਓਬਵੀਅਸਲੀ ਆਪਾਂ ਇੱਥੋਂ ਹੀ ਦੱਸਤਾ ਕਿ ਭਾਈ ਅਸੀਂ ਵਰਕ ਪਲੇਸ ਤੇ ਲਿਖਣ ਲੱਗੇ ਆ। EMPLOYEES ਪ੍ਰੈਫਰ ਸਬਜੈਕਟ ਵਰਬ ਐਗਰੀਮੈਂਟ, ਕਿਤੇ ਪਹਿਲੀ ਜੀ ਨਾ ਗਲਤ ਕਰ ਦਿਓ। EMPLOYEES ਆ ਤਾਂ ਪ੍ਰੈਫਰਸ ਨਹੀਂ ਆਏਗਾ, ਕੀ ਆਏਗਾ, ਪ੍ਰੈਫਰ। ਨਹੀਂ ਤਾਂ ਪਹਿਲੇ ਜੀ ਬੋਲ ਲਾ ਦੇਣਾ ਟੀਚਰ ਨੇ, ਠੀਕ ਹੈ। ਸੋ EMPLOYEES prefer attending meetings and connecting with their team। ਸੋ ਜਿਹੜੇ EMPLOYEES ਨੇ ਪ੍ਰੈਫਰ ਕਰਦੇ ਆ, ਕੀ ਪ੍ਰੈਫਰ ਕਰਦੇ ਆ, ਮੀਟਿੰਗਸ ਅਟੈਂਡ ਕਰਨੀ ਆ, ਅਟੈਂਡਿੰਗ ਮੀਟਿੰਗਸ ਐਂਡ ਕਨੈਕਟਿੰਗ, ਇੱਥੇ ਵੀ ਆਈ ਜਾਂਦੀ ਉੱਥੇ ਵੀ ਆਈ ਜਾਂਦੀ। EMPLOYEES prefer attending meetings and connecting with their team through, ਕਾਦੇ ਥਰੂ, ਵੀਡੀਓ ਕਾਲਸ, ਟੈਕਸਟ ਮੈਸੇजेस ਐਂਡ ਈਮੇਲਸ। ਵੀ ਅੱਜ ਕੱਲ ਜਿਹੜੀਆਂ ਮੀਟਿੰਗਾਂ ਕਰਦੇ ਨੇ ਜਾਂ ਆਪਦੀ ਟੀਮ ਨਾਲ ਕਨੈਕਟ ਦੇ ਵਿੱਚ ਆਉਂਦੇ ਨੇ, ਕਾਦੇ ਥਰੂ ਮਤਲਬ ਆਉਂਦੇ ਨੇ, ਵੀਡੀਓ ਕਾਲਸ ਦੇ ਥਰੂ, ਆਨਲਾਈਨ ਕਮਿਊਨੀਕੇਸ਼ਨ। ਕਾਦੇ ਥਰੂ, ਟੈਕਸਟ ਮੈਸੇजेस, ਆਨਲਾਈਨ ਕਮਿਊਨੀਕੇਸ਼ਨ, ਈਮੇਲਸ, ਆਨਲਾਈਨ ਕਮਿਊਨੀਕੇਸ਼ਨ। ਡਿਊ ਟੂ ਐਡਵੈਂਟ ਆਫ ਸੋਫਿਸਟੀਕੇਟਡ ਟੈਕਨੋਲੋਜੀ, ਕਾਦੇ ਕਰਕੇ ਹੋ ਰਿਹਾ ਵੀ ਅੱਜ ਕੱਲ ਕੀ ਆ ਗਈ, ਸੋਫਿਸਟੀਕੇਟਡ। ਸੋਫਿਸਟੀਕੇਟਡ ਮਤਲਬ ਕੰਪਲੈਕਸ, ਜਿੱਥੇ ਵੀ ਟੈਕਨੋਲੋਜੀ ਲਾਉਣੀ ਆ ਉਹਦੇ ਮੂਰੇ ਆ ਲਾ ਦੋ ਬਸ। ਡਿਊ ਟੂ ਐਡਵੈਂਟ ਆਫ ਸੋਫਿਸਟੀਕੇਟਡ ਟੈਕਨੋਲੋਜੀ ਐਂਡ ਦੀ ਪ੍ਰੈਵਲੈਂਸ ਆਫ ਇਲੈਕਟ੍ਰੋਨਿਕ ਗੈਜਟਸ ਇਨ ਆਫਿਸਿਸ। ਹੋਰ ਕਾਦੇ ਕਰਕੇ, ਪ੍ਰੈਵਲੈਂਸ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਆਮ ਪਾਈ ਜਾਂਦੀ ਹੈ। ਪ੍ਰੈਵਲੈਂਸ ਆਫ ਪੋਵਰਟੀ ਇਨ ਕੋਈ ਵੀ ਕੰਟਰੀ ਲਾ ਲਓ, ਠੀਕ ਹੈ। ਇਨ ਸੁਡਾਨ, ਵੀ ਸੁਡਾਨ ਤੇ ਜਿੱਥੇ ਦੇਖੋਗੇ ਪੋਵਰਟੀ ਹੋਊਗੀ। ਐਂਡ ਦੀ ਪ੍ਰੈਵਲੈਂਸ ਆਫ ਇਲੈਕਟ੍ਰੋਨਿਕ ਗੈਜਟਸ ਇਨ ਆਫਿਸਿਸ। ਸੋ ਆਪਾਂ ਕੀ ਆਖਿਆ, EMPLOYEES ਪ੍ਰੈਫਰ ਕਰਦੇ ਆ ਮੀਟਿੰਗਾਂ ਕਰਨੀਆਂ, ਲੋਕਾਂ ਨਾਲ ਆਪਣੇ ਟੀਮ ਮੈਂਬਰ ਨਾਲ ਕਨੈਕਟ ਕਰਨਾ। ਕਾਹਦੇ ਥਰੂ ਕਨੈਕਟ ਕਰਦੇ ਨੇ, ਵੀਡੀਓ ਕਾਲਸ ਦੇ ਥਰੂ, ਟੈਕਸਟ ਮੈਸੇਜ ਦੇ ਥਰੂ, ਈਮੇਲਸ ਦੇ ਥਰੂ। ਕਾਹਦਾ ਕਰਕੇ, ਸੋਫਿਸਟੀਕੇਟਡ ਟੈਕਨੋਲੋਜੀ ਦਾ ਤੇ ਪ੍ਰੈਵਲੈਂਸ ਆਫ ਇਲੈਕਟ੍ਰੋਨਿਕ ਗੈਜਟਸ ਕਰਕੇ। ਸੋ ਉਦੋਂ ਬਾਅਦ ਆਪਾਂ ਕੀ ਲਿਖਣਾ, ਇਹ ਤਾਂ ਹੋ ਗਈ ਆਪਣੇ ਕੋਲੇ ਪੈਰਾਫਰੇਸ। ਉਦੋਂ ਬਾਅਦ ਆਪਾਂ ਕੀ ਲਿਖਣੀ ਆ, ਆਊਟਲਾਈਨ ਐਂਡ ਥੀਸਿਸ। ਐਡਵਾਂਟੇਜ ਨੂੰ ਜੀ ਆਪਾਂ ਕੀ ਲਿਖ ਸਕਦੇ ਆ, ਬੈਨੀਫਿਟਸ ਲਿਖ ਸਕਦੇ ਆ। ਹੋਰ ਕੀ ਲਿਖ ਸਕਦੇ ਆ ਆਪਾਂ, ਇਹਨੂੰ ਮੈਰਿਟਸ ਲਿਖ ਸਕਦੇ ਆ। ਡਿਸਐਡਵਾਂਟੇਜ ਨੂੰ ਡਰਾਬੈਕਸ ਲਿਖ ਸਕਦੇ ਆ, ਡੀਮੈਰਿਟਸ ਲਿਖ ਸਕਦੇ ਆ। ਸੋ ਆਪਾਂ ਕੀ ਆਖਿਆ, ਇਨ ਮਾਈ ਵਿਊ ਦੀ ਮੈਰਿਟਸ ਆਫ ਦਿਸ ਫਿਨੋਮੀਨਾ। ਦਿਸ ਫਿਨੋਮੀਨਾ ਕਿਹੜਾ ਜੀ, ਲੋਕ EMPLOYEES ਦਾ ਆਪਸ ਵਿੱਚ ਕਾਹਦੇ ਥਰੂ ਕਨੈਕਟ ਕਰਨਾ, ਆਨਲਾਈਨ ਕਨੈਕਟ ਕਰਨਾ। In my view, merits of this phenomena are far more than its demerits। ਸੋ ਇਹਦੇ ਜਿਹੜੀਆਂ ਮੈਰਿਟਸ ਨੇ ਉਹ ਕੀ ਨੇ, ਫਾਰ ਮੋਰ ਨੇ। ਕਿਹਦੇ ਨਾਲੋਂ ਫਾਰ ਮੋਰ ਨੇ, ਡੀਮੈਰਿਟਸ ਨਾਲੋਂ। ਫਾਰ ਮੋਰ ਵਰਡ ਕਿੱਥੇ ਆਉਂਦਾ, ਫਾਰ ਮੋਰ ਵਰਡ ਆਉਂਦਾ ਆਊਟਵੇ ਦੀ ਥਾਂ ਤੇ। ਆਰ ਫਾਰ ਮੋਰ ਦੈਨ ਇਟਸ ਡੀਮੈਰਿਟਸ। ਇਹ ਤਾਂ ਕੀ ਹੋ ਗਿਆ, ਥੀਸਿਸ। ਮੈਂ ਕਿੱਧਰ ਨੂੰ ਜਾਊਂਗਾ, ਕਿੱਧਰ ਨੂੰ ਜਾਊਂਗਾ ਜੀ, ਮੈਰਿਟਸ ਮੇਰੇ ਹਿਸਾਬ ਨਾਲ ਇਹਦੀਆਂ ਕੀ ਹੈਗੀਆਂ, ਜ਼ਿਆਦਾ। ਐਂਡ ਦਿਸ ਐਸੇ elucidates, singular essay elucidates the various reasons why I believe। so various ਆ ਗਿਆ ਤਾਂ ਅਗਲਾ ਕੀ ਹੋਏਗਾ ਜੀ, reasons why I believe so। ਇਹ ਇੰਨੀ ਕੁ ਕੀ ਹੋਗੀ, ਆਊਟਲਾਈਨ ਹੋ। ਸੋ ਆਪਾਂ ਥੀਸਿਸ, ਆਊਟਲਾਈਨ ਪਲੱਸ ਪੈਰਾਫਰੇਸ ਲਿਖਤਾ। ਸੋ ਆਪਣੀ ਆ ਕੰਪਲੀਟ ਕੀ ਹੋਗੀ,
ਇੰਟਰੋਡਕਸ਼ਨ ਹੋ ਗਈ। ਨਾਓ ਵੀ ਹੈਵ ਟੂ ਰਾਈਟ, ਆਪਾਂ ਕੀ ਲਿਖਣੀਆਂ ਇਹਦੀਆਂ ਆਨਲਾਈਨ ਕਮਿਊਨੀਕੇਸ਼ਨ ਦੇ ਆਫਿਸਿਸ ਦੇ ਵਿੱਚ ਕੀ ਹੈਗੇ ਨੇ ਐਡਵਾਂਟੇजेस ਨੇ। ਕੀ ਐਡਵਾਂਟੇजेस ਨੇ that we will write in BP1 as well as BP। ਫਸਟ ਆਫ ਆਲ ਤਾਂ ਆਪਾਂ BP1 ਸਟਾਰਟ ਕਰਨ ਤੋਂ ਪਹਿਲਾਂ ਇੱਕ ਥੋੜਾ ਜਿਹਾ ਓਪਨਿੰਗ ਸੈਂਟੈਂਸ ਲਿਖਣਾ ਹੀ ਲਿਖਣਾ, ਜਿਹਦੇ ਨਾਲ ਟੀਚਰ ਨੂੰ ਇਹ ਪਤਾ ਲੱਗ ਜੇ ਕਿ ਪਿਛਲੇ ਨਾਲ ਇਹਨੇ ਐਸੇ ਕਿੱਦਾਂ ਜੋੜਿਆ, the what is going to write। ਠੀਕ ਹੈ, ਸੋ ਦਿਸ ਇਜ਼ ਵੈਰੀ ਇੰਪੋਰਟੈਂਟ। ਕੋਹੀਰੈਂਸ ਤੇ 25% ਨੰਬਰ ਹੈਗੇ ਨੇ। ਸੋ ਜਿਵੇਂ ਆਊਟਲਾਈਨ ਥੀਸਿਸ ਲਿਖਿਆ, ਅੱਧੇ ਜਵਾਕ ਇਹਨੂੰ ਯਾਦ ਹੀ ਨਹੀਂ ਕਰਦੇ ਕਿੱਦਾਂ ਲਿਖਣੀ ਹੈ। ਕੋਹੀਰੈਂਸ ਉੱਡ ਜੂ, ਓਪਨਿੰਗ ਸੈਂਟੈਂਸ ਨਹੀਂ ਲਿਖੋਗੇ ਕੋਹੀਰੈਂਸ ਖਰਾਬ ਹੋ ਜੂ। ਸੋ ਕੋਹੀਰੈਂਸ ਨੂੰ ਬਣਾਉਣ ਵਾਸਤੇ ਓਪਨਿੰਗ ਸੈਂਟੈਂਸ ਜ਼ਰੂਰੀ ਆ। ਮਤਲਬ ਓਪਨਿੰਗ ਸੈਂਟੈਂਸ ਦੇ ਵਿੱਚ ਆਪਾਂ ਕੀ ਲਿਖਾਂਗੇ, ਪਹਿਲਾਂ ਪੰਜਾਬੀ 'ਚ ਦੇਖੋ ਕੀ ਲਿਖਣਾ। ਐਸੇ 'ਚ ਆਪਾਂ ਕਿੱਧਰਲੇ ਪਾਸੇ ਹੋਏ ਆ, ਐਡਵਾਂਟੇਜਸ ਵਾਲੇ ਪਾਸੇ। ਸੋ ਆਪਾਂ ਕੀ ਲਿਖਣੀ ਆ, ਐਡਵਾਂਟੇਜਸ ਲਿਖਣੀ ਆ। ਸੋ ਕੀ ਆਪਾਂ ਓਪਨਿੰਗ ਸੈਂਟੈਂਸ ਕੀ ਆਖੀਏ ਕਿ ਜੀ ਬਹੁਤ ਸਾਰੀਆਂ ਐਡਵਾਂਟੇਜਸ ਹੈਗੀਆਂ। ਕਿਹਦੀਆਂ ਐਡਵਾਂਟੇਜਸ ਹੈਗੀਆਂ, ਆਨਲਾਈਨ ਕਮਿਊਨੀਕੇਸ਼ਨ ਦੀਆਂ ਐਜ਼ ਕੰਪੇਅਰ ਟੂ ਫਿਜ਼ੀਕਲ ਇੰਟਰੈਕਸ਼ਨ ਵਰਕ ਪਲੇਸਿਸ ਦੇ ਵਿੱਚ। ਸੋ ਐਵੇਂ ਜਿਵੇਂ ਪੰਜਾਬੀ 'ਚ ਲਿਖਿਆ ਐਵੇਂ ਹੀ ਆਪਾਂ ਇੰਗਲਿਸ਼ 'ਚ ਲਿਖ ਦੇਣਾ। ਕਦੇ ਵੀ ਐਂ ਨਹੀਂ ਘਬਰਾਉਣਾ ਯਾਰ, ਓਪਨਿੰਗ ਸੈਂਟੈਂਸ ਕੁਛ ਨਹੀਂ ਐ ਦੇਖਣਾ ਵੀ ਐਸੇ 'ਚ ਤੁਸੀਂ ਲਿਖਣਾ ਕੀ ਹੈ, BP1 'ਚ ਕੀ ਲਿਖਣਾ। ਸੋ ਬਹੁਤ ਸਾਰੀਆਂ ਕੀ ਲਿਖਣੀਆਂ ਆਪਾਂ, ਐਡਵਾਂਟੇਜਸ ਲਿਖਣੀਆਂ। ਕਾਹਦੀਆਂ ਐਡਵਾਂਟੇਜਸ ਲਿਖਣੀਆਂ, ਆਨਲਾਈਨ ਕਮਿਊਨੀਕੇਸ਼ਨ ਦੀਆਂ ਓਵਰ ਫਿਜ਼ੀਕਲ ਇੰਟਰੈਕਸ਼ਨ ਦੀਆਂ, ਕਾਹਦੇ ਵਿੱਚ, ਵਰਕ ਪਲੇਸਿਸ ਦੇ ਵਿੱਚ। ਸੋ ਲੈਟਸ ਸੀ ਕਿੱਦਾਂ ਆਪਾਂ ਲਿਖਿਆ। ਸੋ ਸਟਾਰਟ ਜੀ ਕਰ ਲੈਣਾ ਟੂ ਬਿਗਨ ਵਿਦ, ਪਤਾ ਹੀ ਆ ਠੀਕ ਹੈ। ਸੋ ਟੂ ਬਿਗਨ ਵਿਦ ਨਾਲ ਸਟਾਰਟ ਕਰ ਲੈਣਾ। देयर आर myriad benefits। myriad ਮਤਲਬ ਬਹੁਤ ਸਾਰੇ ਨੇ। ਸੋ ਇੱਕ ਗੱਲ ਦੇਖਿਆ ਕਰੋ ਯਾਰ, ਜਦੋਂ ਇੱਥੇ myriad ਆ ਗਿਆ ਤਾਂ ਅਗਲਾ ਵਰਡ ਆਬਵੀਅਸਲੀ ਕੀ ਆਏਗਾ, ਪਲੂਰਲ ਆਏਗਾ। देयर आर ਹੈਗੇ ਨੇ, ਕੀ ਹੈਗੇ ਨੇ, myriad। ਅਗਤੇ ਬੈਨੀਫਿਟ ਹੀ ਲਿਖ ਦੇਣਗੇ, ਬੈਨੀਫਿਟ ਨਹੀਂ ਬੈਨੀਫਿਟਸ। ਕਾਹਦੇ ਬੈਨੀਫਿਟਸ ਨੇ, ਆਫ ਆਨਲਾਈਨ ਕਮਿਊਨੀਕੇਸ਼ਨ ਬਿਕਮਿੰਗ ਮੋਰ ਪਪੂਲਰ। ਜਿਹੜਾ ਆਨਲਾਈਨ ਕਮਿਊਨੀਕੇਸ਼ਨ ਉਹ ਕੀ ਬਣ ਰਿਹਾ, ਮੋਰ ਪਪੂਲਰ। ਉਹਦੇ ਕੀ ਨੇ ਬੈਨੀਫਿਟਸ। ਦੈਨ ਕਿਹਦੇ ਨਾਲੋਂ ਪਪੂਲਰ ਬਣ ਰਿਹਾ, ਦੈਨ ਦੀ ਟ੍ਰੈਡੀਸ਼ਨਲ ਫਾਰਮ ਆਫ ਫਿਜ਼ੀਕਲ ਇੰਟਰੈਕਸ਼ਨ ਐਟ ਵਰਕ ਪਲੇਸਿਸ। ਟ੍ਰੈਡੀਸ਼ਨਲ ਦਾ ਮਤਲਬ ਕੀ ਹੁੰਦਾ, ਜਿਹੜੀ ਚੀਜ਼ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਆ, ਲੋਕ ਕਿੱਦਾਂ ਇੰਟਰੈਕਟ ਕਰਦੇ ਆ, ਫਿਜ਼ੀਕਲੀ ਇੰਟਰੈਕਟ ਕਰਦੇ ਆ। ਸੋ ਉਹਨੂੰ ਆਪਾਂ ਤਾਂ ਕਰਕੇ ਮਤਲਬ ਜਿਹੜਾ ਫੇਸ ਟੂ ਫੇਸ ਸੀ ਉਹਦੀ ਥਾਂ ਤੇ ਆਪਾਂ ਕਿਹੜਾ ਵਰਡ ਲਾਤਾ, ਫਿਜ਼ੀਕਲ। ਕਮਿਊਨੀਕੇਸ਼ਨ ਦੀ ਥਾਂ ਤੇ ਕਿਹੜਾ ਵਰਡ ਲਾਤਾ, ਇੰਟਰੈਕਸ਼ਨ। ਸੋ ਫਿਜ਼ੀਕਲ ਇੰਟਰੈਕਸ਼ਨ ਕਿਹੜਾ ਫਾਰਮ ਆਫ ਆ, ਟ੍ਰੈਡੀਸ਼ਨਲ ਫਾਰਮ ਐਟ ਕਿੱਥੇ, ਵਰਕ ਪਲੇਸ। ਸੋ ਆਪਾਂ ਕੀ ਬਣਾਇਆ, देयर आर मैरिड बेनिफिट्स। ਕਾਦੇ ਬੈਨੀਫਿਟਸ, ਆਫ ਆਨਲਾਈਨ ਕਮਿਊਨੀਕੇਸ਼ਨ ਬਿਕਮਿੰਗ ਮੋਰ ਪਪੂਲਰ ਦੈਨ, ਕਿਹਦੇ ਨਾਲੋਂ ਜ਼ਿਆਦਾ ਪਪੂਲਰ ਬਣ ਰਿਹਾ, ਦੈਨ ਦਾ ਟ੍ਰੈਡੀਸ਼ਨਲ ਫਾਰਮ ਆਫ ਫਿਜ਼ੀਕਲ ਇੰਟਰੈਕਸ਼ਨ ਐਟ ਵਰਕ ਪਲੇਸਿਸ। So we have clear cut explained that we are going to write benefits of online communication which is becoming more popular than physical interaction at workplaces। So ਕਿਹੜੀਆਂ ਕਿਹੜੀਆਂ ਐਡਵਾਂਟੇजेस ਆ, ਪਹਿਲੀ ਐਡਵਾਂਟੇਜ ਬਈ ਕੀ ਆਈ ਆ ਕੰਪਨੀਆਂ ਨੂੰ ਕਿ ਆਨਲਾਈਨ ਕਮਿਊਨੀਕੇਸ਼ਨ ਕਰਕੇ ਕੰਪਨੀਆਂ ਦਾ ਕੰਮ ਬੜਾ ਸੌਖਾ ਹੋ ਗਿਆ। ਆਨਲਾਈਨ ਕਮਿਊਨੀਕੇਸ਼ਨ ਕਰਕੇ ਕੀ ਹੋ ਗਿਆ, ਅੱਜ ਕੱਲ ਕੰਪਨੀਆਂ ਮੀਟਿੰਗ ਆਰਗੇਨਾਈਜ਼ ਕਰਦੀਆਂ। ਮੀਟਿੰਗ ਆਰਗੇਨਾਈਜ਼ ਕਰਨ ਵਾਸਤੇ ਕੀ ਕਰਦੀਆਂ, ਕਹਿੰਦੀਆਂ VC ਆ। VC ਮਤਲਬ ਵੀਡੀਓ ਕਾਨਫਰੰਸਿੰਗ ਆ ਜੀ ਤੁਹਾਡੀ। ਸੋ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਕਲਚਰ ਹੀ ਹੈ ਨਹੀਂ ਸੀ। ਸਾਰੇ EMPLOYEES ਨੂੰ ਪਹਿਲਾਂ ਬੁਲਾਉਣਾ ਪੈਂਦਾ ਸੀ, ਹੈੱਡਕੁਆਟਰ ਦੇ ਵਿੱਚ ਸਾਰੇ EMPLOYEES ਜਾਂਦੇ ਸੀ, ਠੀਕ ਹੈ। ਸੋ ਵੈਨਿਊ ਵੀ ਬੁੱਕ ਕਰਨਾ ਮੀਟਿੰਗ ਕਰਨ ਵਾਸਤੇ, ਠੀਕ ਹੈ। ਫਿਰ ਰਿਫਰੈਸ਼ਮੈਂਟ ਵੀ ਦੇਣੀ EMPLOYEES ਨੂੰ। ਫਿਰ EMPLOYEES ਕੱਲਾ EMPLOYEES ਟਰੈਵਲ ਅਲਾਊਂਸ ਵੀ ਭਾਲਦਾ। ਮੰਨ ਲਓ ਕੋਈ ਬਾਹਲੇ ਵੱਡੇ ਪੱਧਰ ਦੀ ਮੀਟਿੰਗ ਆ, ਠੀਕ ਹੈ, ਵੱਡੀ ਕੋਈ ਕੰਪਨੀ ਆ, ਉਹਨੂੰ ਮਤਲਬ ਉਸ ਹਿਸਾਬ ਨਾਲ ਜਹਾਜ਼ ਦੀ ਟਿਕਟ ਦੇਣੀ ਪੈਂਦੀ ਹੈ। ਕੋਈ ਛੋਟੀ ਕੰਪਨੀ ਆ, ਉਹਨੂੰ ਬੱਸ ਦਾ ਕਿਰਾਇਆ ਜਾਂ ਕਾਰ ਦਾ ਕਿਰਾਇਆ। ਸੋ ਕੰਪਨੀਆਂ ਦੀ ਜਿਹੜੀ ਕਾਸਟ ਆ ਆਨਲਾਈਨ ਕਮਿਊਨੀਕੇਸ਼ਨ ਕਰਕੇ ਦਿਨੋਂ ਦਿਨ ਕੀ ਕਰਦੀ ਜਾ ਰਹੀ ਆ ਬਈ, ਘਟਦੀ ਜਾ ਰਹੀ ਆ। ਸੋ ਕੰਪਨੀਆਂ ਨੂੰ ਫਾਇਦਾ ਹੋਇਆ, ਠੀਕ ਹੈ। ਸੋ ਲੈਟਸ ਸੀ ਇਹਨੂੰ ਆਪਾਂ ਕਿੱਦਾਂ ਲਿਖੀਏ। ਸੋ ਆਪਾਂ ਲਿਖਿਆ ਫਸਟ ਐਂਡ ਫਾਰਮੋਸਟ, ਪਹਿਲਾ ਕਨੈਕਟਰ ਲਾਉਣਾ ਜੀ, ਕਨੈਕਟਰਾਂ ਦੇ ਬਿਨਾ ਨੰਬਰ ਨਹੀਂ ਮਿਲਣਗੇ। ਫਸਟ ਐਂਡ ਫਾਰਮੋਸਟ it helps to cut their cost of organizing training sessions and meetings। so training sessions ਵੀ online communication ਦਾ ਹਿੱਸਾ ਹੀ ਆ। ਵੱਡੇ EMPLOYEES ਦਾ ਛੋਟੇ EMPLOYEES ਨਾਲ ਇੰਟਰੈਕਟ ਕਰਨਾ, that is also communicate। ਕਿਸੇ ਵੀ ਤਰ੍ਹਾਂ ਨਾਲ ਇੱਕ ਦੂਜੇ ਨਾਲ ਰਾਬਤਾ ਬਣ ਰਿਹਾ, that is called as communication। communication ਕੱਲੀਆਂ ਗੱਲਾਂ ਮਾਰਨੀਆਂ ਨਹੀਂ, ਠੀਕ ਹੈ। ਸੋ ਪਹਿਲਾ ਕੀ ਹੋਇਆ, ਇਟ ਕੌਣ ਵੀ ਆਹ ਆਨਲਾਈਨ ਕਮਿਊਨੀਕੇਸ਼ਨ। ਇਟ ਹੈਲਪਸ, ਸਬਜੈਕਟ ਵਰਬ ਐਗਰੀਮੈਂਟ ਨਹੀਂ ਭੁੱਲਣਾ, ਟੂ ਕੱਟ देयर ਕਾਸਟ ਆਫ ਆਰਗੇਨਾਈਜ਼ਿੰਗ ਟ੍ਰੇਨਿੰਗ ਸੈਸ਼ਨਸ ਐਂਡ ਮੀਟਿੰਗਸ। ਸੋ ਪਹਿਲੀ ਗੱਲ ਆਪਾਂ ਕੀ ਕਹਤੀ ਜੀ, ਕੰਪਨੀਆਂ ਦਾ ਪੈਸਾ ਬਚਦਾ ਕੀ ਆਰਗੇਨਾਈਜ਼ ਕਰਨ ਦੇ ਵਿੱਚ, ਟ੍ਰੇਨਿੰਗ ਸੈਸ਼ਨ ਤੇ ਮੀਟਿੰਗਸ ਆਰਗੇਨਾਈਜ਼ ਕਰਨ ਦੇ ਵਿੱਚ। ਕੀ ਕੰਪਨੀਆਂ ਦਾ ਕੀ ਬਚਦਾ, ਪੈਸਾ ਬਚਦਾ। ਕਿੱਦਾਂ ਬਚਦਾ ਦੇਖਦੇ ਹਾਂ। ਐਜ਼
A lot of money is wasted on booking venues, so conference करनी आ, मीटिंग कोई रखनी आ, ठीक है, so lots of as a lot of money is wasted on booking venues, venue book ਕਰਨ ਤੇ, providing travel allowance to its employees and executives, ਬਹੁਤ ਸਾਰਾ ਪੈਸਾ ਲਾਉਣ ਤੇ employees and executives ਨੂੰ, and bearing refreshment expenses, ਐਂਡ ਹੋਰ ਕੀ ਕਰਨ ਤੇ ਵੀ ਆਪਣੇ ਕੋਲੇ ਬੀਰਿੰਗ, ਬੀਰ ਦਾ ਮਤਲਬ ਸਹਿਣ ਕਰਨਾ, ਸੋ ਕੀ ਸਹਿਣ ਕਰਨ ਦੇ ਵਿੱਚ ਬੀਰਿੰਗ ਰਿਫਰੈਸ਼ਮੈਂਟ ਐਕਸਪੈਂਸਿਸ, ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਬਹੁਤ ਸਾਰਾ ਪੈਸਾ ਵੇਸਟ ਹੁੰਦਾ ਸੀ, ਸੋ ਜਿਹਦੇ ਆਨਲਾਈਨ ਕਮਿਊਨੀਕੇਸ਼ਨ ਕਰਕੇ ਪੈਸਾ ਕੀ ਹੋ ਰਿਹਾ, ਬਚ ਰਿਹਾ, ਐਂਡ ਉਹਨਾਂ ਦੇ ਮਤਲਬ ਕਾਸਟ ਕੀ ਹੋ ਰਹੀ ਹੈ, ਕੱਟ ਹੋ ਰਹੀ ਹੈ, ਸੋ ਕਾਸਟ ਕੱਟ ਹੋ ਰਹੀ ਮਤਲਬ ਕੀ ਹੋ ਗਈ, ਬੈਨੀਫਿਟ ਹੋ ਗਿਆ, ਸੋ ਦਿਸ ਇਜ਼ ਆਵਰ ਫਸਟ ਬੈਨੀਫਿਟ। ਸੈਕਿੰਡ ਬੈਨੀਫਿਟ, ਸੋ ਸੈਕਿੰਡ ਬਈ ਆਪਾਂ ਇਹਦਾ ਬੈਨੀਫਿਟ ਲਿਖਣਾ ਆਨਲਾਈਨ ਕਮਿਊਨੀਕੇਸ਼ਨ ਦਾ। ਸੈਕਿੰਡ ਬੈਨੀਫਿਟ ਪਹਿਲਾਂ ਆਪਾਂ ਮਾੜਾ ਦੇਖ ਲਈਏ, ਫਿਰ ਆਪਾਂ ਸਮਝਾਉਣੇ ਆ। ਸੈਕਿੰਡ ਕੀ ਆ ਕਿ ਯਾਰ ਆਨਲਾਈਨ ਕਮਿਊਨੀਕੇਸ਼ਨ ਕਰਕੇ ਜਿਹੜੀਆਂ ਵੀ ਮਲਟੀਨੈਸ਼ਨਲ ਕੰਪਨੀਆਂ ਆਪਦੇ EMPLOYEES ਨੂੰ ਡਿਫਰੈਂਟ ਵਰਲਡ ਦੇ ਵਿੱਚ ਜਿਹੜੇ EMPLOYEES ਵਰਕ ਕਰ ਰਹੇ ਨੇ ਉਹਨਾਂ ਨੂੰ ਆਪਸ ਵਿੱਚ ਆਰਾਮ ਨਾਲ ਜੋੜ ਸਕਦੀਆਂ। ਸੋ ਪਹਿਲਾਂ ਇੰਨਾ ਆਨਲਾਈਨ ਕਮਿਊਨੀਕੇਸ਼ਨ ਦਾ ਹਿਸਾਬ ਕਿਤਾਬ ਨਹੀਂ ਸੀ, ਸੋ ਉੱਥੋਂ ਦਾ ਸੰਬੰਧ ਉੱਥੋਂ ਨਾਲ ਹੀ ਰਹਿ ਜਾਂਦਾ ਸੀ। ਪਰ ਇਹਦਾ ਫਾਇਦਾ ਕੀ ਹੋਇਆ, ਜਦੋਂ ਅਲੱਗ-ਅਲੱਗ ਮਤਲਬ ਵਰਲਡ ਦੇ ਅਲੱਗ-ਅਲੱਗ ਹਿੱਸਿਆਂ 'ਚ ਜਿਹੜੇ EMPLOYEES ਇੱਕ ਦੂਜੇ ਨਾਲ ਜੁੜ ਸਕਦੇ ਆ, ਜਿਹੜੇ ਵੱਡੇ EMPLOYEES ਨੇ ਹਾਇਰ ਪੋਜੀਸ਼ਨ ਤੇ ਉਹ ਛੋਟੇ ਦੂਜੇ EMPLOYEES ਨੂੰ ਟ੍ਰੇਨਿੰਗ ਸੈਸ਼ਨ ਵਗੈਰਾ ਦੇ ਸਕਦੇ ਨੇ, ਉਹਨਾਂ ਨੂੰ ਦੱਸ ਸਕਦੇ ਨੇ ਜਾਂ ਇਹ ਪੁੱਛ ਸਕਦੇ ਨੇ। ਸੋ ਇਹਦੇ ਨਾਲ ਕੀ ਫਾਇਦਾ ਹੋਇਆ ਕਿ ਜਿਹੜੇ ਮਤਲਬ EMPLOYEES ਨੇ ਉਹ ਜ਼ਿਆਦਾ ਸਕਿੱਲ ਸਿੱਖ ਸਕਦੇ ਆ। ਸਕਿੱਲ ਸਿੱਖ ਸਕਦੇ ਆ ਤਾਂ ਜੀ ਮਤਲਬ ਓਬਵੀਅਸਲੀ ਉਹਨਾਂ ਦਾ ਸਕਿੱਲ ਸਿੱਖਣਗੇ ਤਾਂ ਪ੍ਰੋਡਕਟੀਵਿਟੀ ਤੇ ਐਫੀਸ਼ੀਐਂਸੀ ਹਾਈ ਜਾਊਗੀ। ਸੋ ਜਿਹੜੇ ਐਕਸਪਰਟ ਬੈਠੇ, ਮੰਨ ਲਓ USA ਦੇ ਵਿੱਚ ਐਕਸਪਰਟ ਬੈਠੇ, ਉਹ USA ਵਿੱਚ ਹੀ ਰਹਿ ਸਕਦੇ ਸੀ, ਇੰਡੀਆ ਵਿੱਚ ਨਹੀਂ ਆ ਸਕਦੇ, ਬੰਗਲਾਦੇਸ਼ ਪਾਕਿਸਤਾਨ ਦੇ ਵਿੱਚ ਨਹੀਂ ਆ ਸਕਦੇ ਸੀ। ਪਰ ਹੁਣ ਕੀ ਹੋਇਆ, ਪੀਪਲ ਕੈਨ ਲਰਨ skills from them through online communication, they can raise their queries through online communication, so that's why ਇਹਦੇ ਨਾਲ ਕੀ ਹੋ ਗਈ, ਪ੍ਰੋਡਕਟੀਵਿਟੀ ਵਧ ਗਈ, ਐਫੀਸ਼ੀਐਂਸੀ ਵਧ ਗਈ, ਪ੍ਰੋਡਕਟੀਵਿਟੀ ਵਧ ਗਈ, ਐਫੀਸ਼ੀਐਂਸੀ ਵਧ ਗਈ, ਉਹਦਾ ਬੈਨੀਫਿਟ ਕਿਹਨੂੰ ਹੋਊਗਾ, ਆਪਦੇ ਕੈਰੀਅਰ ਨੂੰ ਵੀ ਹੋਊਗਾ ਐਜ਼ ਵੈਲ ਐਜ਼ ਕਿਹਨੂੰ ਹੋਊਗਾ, ਕੰਪਨੀ ਨੂੰ ਵੀ ਹੋਊਗਾ। ਸੋ ਦਿਸ ਇਜ਼ ਆਵਰ ਸੈਕਿੰਡ। ਸੋ ਲੈਟਸ ਸੀ ਕੀ ਹੈਗਾ ਇਹ ਆਪਣੇ ਕੋਲ। ਸੋ ਸਟੂਡੈਂਟਸ ਸੈਕਿੰਡ ਬਈ ਆਪਾਂ ਲਾਉਣਾ ਮੋਰ ਓਵਰ ਲਾਉਣਾ, ਸੋ ਇਹਨੂੰ ਮਤਲਬ ਸੀਰੀਅਸ ਲੈਣਾ, ਸੋ ਕਾਈਂਡਲੀ ਆਪਾਂ ਕਨੈਕਟਰ ਲਾਉਣਾ ਹੀ ਲਾਉਣਾ ਇੱਥੇ, ਠੀਕ ਹੈ। ਸੋ ਸੈਕਿੰਡ, ਦਿਸ ਮੋਡ ਆਫ ਕਮਿਊਨੀਕੇਸ਼ਨ, ਦਿਸ ਮੋਡ ਮਤਲਬ ਕਿਹੜੀ ਦੀ ਗੱਲ ਕਰ ਰਹੇ ਹਾਂ, ਆਨਲਾਈਨ ਕਮਿਊਨੀਕੇਸ਼ਨ। ਸੋ ਦਿਸ ਮੋਡ ਆਫ ਕਮਿਊਨੀਕੇਸ਼ਨ ਹੈਜ਼, ਸੋ ਇੱਕ ਹੈ ਬਈ ਦਿਸ ਮੋਡ ਆਫ ਕਮਿਊਨੀਕੇਸ਼ਨ ਇਜ਼ ਸਿੰਗੂਲਰ, ਸੋ ਕੀ ਆਏਗਾ, ਹੈਜ਼, ਐ ਨਹੀਂ ਵੀ ਵਧੀਆ ਲੱਗਿਆ ਹੈਜ਼ ਲਾਤਾ, ਵਧੀਆ ਲੱਗਿਆ ਹੈਵ ਲਾਤਾ, ਸਿੰਗੂਲਰ ਦੇਖਿਆ ਕਰੋ। ਦਿਸ ਮੋਡ ਆਫ ਕਮਿਊਨੀਕੇਸ਼ਨ, these modes of communications, ਫਿਰ ਕੀ ਹੋਣਾ ਸੀ, have, has plus ਕਿਹੜੀ ਫਾਰਮ, ਥਰਡ ਫਾਰਮ, has made it easier for organization, ਸੋ ਜਿਹੜਾ ਇਹ ਮੋਡ ਆਫ ਕਮਿਊਨੀਕੇਸ਼ਨ ਆ ਉਹਨੇ has made it easier for organizations, ਮਤਲਬ organizations ਲਈ ਇਹ ਕੀ ਕਰਤਾ, ਸੌਖਾ ਬਣਾਤਾ। ਕੀ ਸੌਖਾ ਬਣਾਤਾ, to connect their workforce from different nations, ਸੋ ਆਰਗੇਨਾਈਜੇਸ਼ਨਸ ਲਈ ਕੰਮ ਸੌਖਾ ਹੋ ਗਿਆ, ਅਲੱਗ-ਅਲੱਗ ਦੇਸ਼ਾਂ ਦੀਆਂ ਵਰਕਫੋਰਸ ਨੂੰ ਕੀ ਕਰਨਾ, EMPLOYEES ਨੂੰ ਕੀ ਕਰਨਾ, ਕਨੈਕਟ ਕਰਨਾ, ਠੀਕ ਹੈ। ਇੰਨਾ ਕੁ ਤਾਂ ਹੋ ਗਿਆ ਵੀ, ਸੋ ਇਹ ਵੀ ਬੈਨੀਫਿਟ ਹੀ ਹੈ ਮਤਲਬ ਕਨੈਕਟ ਕਰਨਾ। ਫਿਰ ਇਹਦੇ ਕਰਕੇ ਹੋਇਆ ਕਿ ਡਿਊ ਟੂ ਵਿਚ, ਸੋ ਮਤਲਬ ਕਾਈਂਡ ਆਫ ਅੱਧਾ ਕਨੈਕਟਰ, ਇਹ ਤਾਂ ਫੁੱਲ ਕਨੈਕਟਰ ਸੀ, ਵਿਚਾਲੇ ਸੈਂਟੈਂਸ ਦੇ ਕਨੈਕਟਰ, ਡਿਊ ਟੂ ਵਿਚ ਦੇ ਆਰ ਏਬਲ ਟੂ ਲਰਨ ਮੋਰ ਸਕਿੱਲਸ ਫਰੋਮ देयर ਓਵਰਸੀਜ਼ ਕੋਲੀਗਸ, ਸੋ ਜਿਹਦੇ ਕਰਕੇ ਜਿਹੜੇ EMPLOYEES ਆ ਕੀ ਸਿੱਖ ਸਕਦੇ ਆ, ਡਿਊ ਟੂ ਵਿਚ ਦੇ ਕੈਨ ਲਰਨ ਮੋਰ ਸਕਿੱਲਸ ਫਰੋਮ देयर ਓਵਰਸੀਜ਼ ਕੋਲੀਗਸ। ਸੋ ਕੀ ਹੋਇਆ ਜੀ, ਆਨਲਾਈਨ ਕਮਿਊਨੀਕੇਸ਼ਨ ਕਰਕੇ ਕੰਪਨੀਆਂ ਨੂੰ ਸੌਖਾ ਹੋ ਗਿਆ ਆਪਦੇ EMPLOYEES ਨੂੰ ਕੀ ਕਰਨਾ, ਕਨੈਕਟ ਕਰਨਾ ਫਰੋਮ ਡਿਫਰੈਂਟ ਨੇਸ਼ਨਸ, ਡਿਊ ਟੂ ਵਿਚ ਦੇ ਕੈਨ ਲਰਨ ਮੋਰ ਸਕਿੱਲਸ ਫਰੋਮ देयर ਆਫਿਸ ਕੋਲੀਗਸ ਐਂਡ ਰੇਜ਼ देयर ਪ੍ਰੋਡਕਟੀਵਿਟੀ ਐਂਡ ਐਫੀਸ਼ੀਐਂਸੀ, ਨਾਲ ਹੀ ਕੀ ਰੇਜ਼ ਹੋ ਗਈ, ਐਂਡ ਰੇਜ਼ देयर ਪ੍ਰੋਡਕਟੀਵਿਟੀ ਐਂਡ ਐਫੀਸ਼ੀਐਂਸੀ ਵਿਚ ਅਸਿਸਟ, ਇੱਥੇ ਵੀ ਰੋਕ ਸਕਦੇ ਹੋ ਜੇ ਬਾਹਲਾ ਨਹੀਂ ਵਧਾਉਣਾ, ਠੀਕ ਹੈ ਵੀ ਇਹਦੇ ਕਰਕੇ। ਸੋ ਇਹਦੇ ਕਰਕੇ ਹੁੰਦਾ ਕੀ ਹੈ, ਵਿਚ ਅਸਿਸਟ ਹੈਲਪਫੁਲ ਹੁੰਦੀ ਹੈ, ਵਿਚ ਅਸਿਸਟ ਇਨ देयर ਪਰਸਨਲ ਐਜ਼ ਵੈਲ ਐਜ਼ ਕੰਪਨੀ ਗਰੋਥ, ਸੋ ਜਿਹਦੇ ਕਰਕੇ ਕਿਹਦੀ ਗਰੋਥ ਹੁੰਦੀ ਆ, ਕੰਪਨੀ ਦੀ ਗਰੋਥ ਹੁੰਦੀ ਆ, ਐਜ਼ ਵੈਲ ਐਜ਼ ਕਿਹਦੀ ਹੁੰਦੀ ਆ, ਪਰਸਨਲ ਗਰੋਥ। ਸੋ ਕੀ ਬਣਾਇਆ ਵੀ ਆਪਾਂ, ਦਿਸ ਮੋਡ ਆਫ ਕਮਿਊਨੀਕੇਸ਼ਨ ਹੈਜ਼ ਮੇਡ it easier for organizations to connect their workforce from different nations, due to which they are able to learn more skills from their overseas colleagues, ਸਮੁੰਦਰੋਂ ਪਾਰ overseas ਮਤਲਬ ਬਾਹਰਲੇ ਦੇਸ਼, and raise their productivity and efficiency which assist in their personal as well as company growth. So this is our second advantage. So BP1 completed, ਥੋੜੇ sentence ਵੱਡੇ ਸੀ, so there is no need to write 3 sentences, 2 sentences ਬਹੁਤ ਆ। opening
ਐਡਵਾਂਟੇਜ 1 ਐਡਵਾਂਟੇਜ 2। BP2 ਦੇ ਵਿੱਚ ਆਪਾਂ ਉਹਦੇ ਵਿੱਚ ਇੰਟਰੋ ਦੇ ਵਿੱਚ ਆਪਾਂ ਕੀ ਲਿਖਿਆ ਸੀ ਕਿ ਅਸੀਂ ਤਾਂ ਜੀ ਕੱਲੇ ਐਡਵਾਂਟੇजेस ਦੱਸਾਂਗੇ। ਸੋ ਐਵੇਂ ਹੀ ਆਪਾਂ ਸਟਾਰਟ ਕਰਾਂਗੇ BP2। ਚਲੋ ਲੈਟਸ ਰਾਈਟ ਆਵਰ BP। ਸੋ ਨੈਕਸਟ ਬਈ ਆਪਾਂ ਐਡਵਾਂਟੇਜ ਕੀ ਲਿਖਣੀ ਆ ਕਿ ਯਾਰ ਮਤਲਬ ਕਈ ਬਹੁਤ ਸਾਰੇ EMPLOYEES ਇਹੋ ਜਿਹੇ ਹੁੰਦੇ ਆ ਜੇ ਫੇਸ ਟੂ ਫੇਸ ਗੱਲ ਕਰਨਾ ਬਹੁਤ ਔਖਾ ਹੋ ਜਾਂਦਾ, ਆਪਦੇ ਸੀਨੀਅਰਸ ਮੂਹਰੇ ਆਪਦੇ ਨਾਲ ਦੇ ਮੂਹਰੇ ਫੇਸ ਟੂ ਫੇਸ ਆਪਦਾ ਵਿਚਾਰ ਰੱਖਣਾ, ਕੁਝ ਗੱਲ ਪੁੱਛਣੀ, that becomes quite difficult, but on the other hand it is quite easy for them to interact on online communication platforms. So online communication platforms give them opportunity to express themselves, to show their talent before their team members, their colleagues. ਸੋ ਤਾਂ ਕਰਕੇ ਮਤਲਬ ਜਿਹੜੇ ਆਨਲਾਈਨ ਕਮਿਊਨੀਕੇਸ਼ਨ ਪਲੇਟਫਾਰਮਸ ਨੇ ਜਾਂ ਆਨਲਾਈਨ ਕਮਿਊਨੀਕੇਸ਼ਨ ਆ ਉਹ ਬੈਨੀਫਿਟ ਇਹੋ ਜਿਹੇ ਲੋਕਾਂ ਵਾਸਤੇ, ਇਹੋ ਜਿਹੇ EMPLOYEES ਵਾਸਤੇ। ਸੋ ਲੈਟਸ ਸੀ ਮੂਵਿੰਗ ਫਰਦਰ, ਸਮ ਵਰਕਰਸ ਫਾਈਂਡ ਇਟ ਡਿਫਿਕਲਟ, ਕੁਝ ਕੁ ਵਰਕਰਸ ਨੂੰ ਕੀ ਲੱਗਦਾ, ਔਖਾ ਲੱਗਦਾ। ਕੀ ਔਖਾ ਲੱਗਦਾ? ਟੂ ਪ੍ਰੈਜ਼ੈਂਟ ਦੈਮਸੈਲਵਸ ਇਨ ਫੇਸ ਟੂ ਫੇਸ ਇੰਟਰੈਕਸ਼ਨ ਡਿਊ ਟੂ ਲੈਕ ਆਫ ਕੌਨਫੀਡੈਂਸ। ਬਹੁਤ ਸਾਰੇ ਵਰਕਰਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਆਪਦੇ ਆਪ ਨੂੰ ਐਕਸਪ੍ਰੈਸ ਕਰਨਾ ਡਿਫਿਕਲਟ ਲੱਗਦਾ। ਡਿਫਿਕਲਟ ਮਤਲਬ ਔਖਾ ਲੱਗਦਾ, ਕਾਹਦਾ ਕਰਕੇ? ਡਿਊ ਟੂ ਲੈਕ ਆਫ ਕੌਨਫੀਡੈਂਸ। ਦੇਅਰਫੋਰ ਆਨਲਾਈਨ ਮੀਟਿੰਗਸ, ਤਾਂ ਕਰਕੇ ਆਨਲਾਈਨ ਮੀਟਿੰਗਸ ਪ੍ਰੋਵਾਈਡ ਐਨ ਐਕਸੀਲੈਂਟ ਪਲੇਟਫਾਰਮ। ਸੋ ਇਹੋ ਜਿਹੇ EMPLOYEES ਨੂੰ ਜਿਹੜੀਆਂ ਆਨਲਾਈਨ ਮੀਟਿੰਗਸ ਆ ਕੀ ਪ੍ਰੋਵਾਈਡ ਕਰਦੀਆਂ? ਇੱਕ ਐਕਸੀਲੈਂਟ ਪਲੇਟਫਾਰਮ ਟੂ ਐਕਸਪ੍ਰੈਸ ਦੈਮਸੈਲਵਸ ਐਂਡ ਸ਼ੋ देयर ਟੈਲੈਂਟ ਇਨ ਫਰੰਟ ਆਫ ਟੀਮ ਮੈਂਬਰਸ। ਆਪਦਾ ਜਿਹੜਾ ਟੈਲੈਂਟ ਹੈ ਕਿਹਨਾਂ ਨੂੰ ਸ਼ੋ ਕਰਨਾ? ਆਪਦੇ ਟੀਮ ਮੈਂਬਰਸ ਨੂੰ। ਐਂਡ ਐਕਸੈਲ ਇਨ ਕੈਰੀਅਰਸ। ਸੋ ਕੀ ਗੱਲ ਬਣੀ ਕਿ ਜਿਹੜੇ ਵਰਕਰਸ ਆ ਡਿਫਿਕਲਟ ਲੱਗਦਾ ਆਪਦੇ ਆਪ ਨੂੰ ਪ੍ਰੈਜ਼ੈਂਟ ਕਰਨਾ ਫੇਸ ਟੂ ਫੇਸ ਇੰਟਰੈਕਸ਼ਨ ਦੇ ਵਿੱਚ ਡਿਊ ਟੂ ਲੈਕ ਆਫ ਕੌਨਫੀਡੈਂਸ। ਤਾਂ ਕਰਕੇ ਆਨਲਾਈਨ ਜਿਹੜੀਆਂ ਮੀਟਿੰਗਸ ਨਾ ਉਹ ਇੱਕ ਇਹੋ ਜਿਹਾ ਪਲੇਟਫਾਰਮਸ ਨੇ ਜਿਹੜੀਆਂ ਇਹਨਾਂ ਨੂੰ ਇੱਕ ਮੌਕਾ ਦਿੰਦੀਆਂ ਟੂ ਸ਼ੋ देयर ਟੈਲੈਂਟ ਇਨ ਫਰੰਟ ਆਫ देयर ਟੀਮ ਮੈਂਬਰਸ ਐਂਡ ਐਕਸੈਲ ਇਨ ਕੈਰੀਅਰ। ਸੋ ਇਹ ਆਪਣੇ ਕੋਲੇ ਕਿਹੜੀ ਐਡਵਾਂਟੇਜ ਹੋ ਗਈ ਬਈ? ਥਰਡ ਐਡਵਾਂਟੇਜ ਹੋ ਗਈ। ਸੋ ਨੈਕਸਟ ਐਡਵਾਂਟੇਜ ਕਿਹੜੀ ਹੈ? ਨੈਕਸਟ ਬੈਨੀਫਿਟ ਆਪਾਂ ਬਈ ਇਨਵਾਇਰਨਮੈਂਟ ਤੇ ਲਿਖਾਂਗੇ, ਠੀਕ ਹੈ। ਸੋ ਜਿਵੇਂ ਮੀਟਿੰਗਸ ਕਰਨੀਆਂ, ਫੇਸ ਟੂ ਫੇਸ ਮੀਟਿੰਗਸ ਕਰਨ ਜਾਣਾ, ਕਾਨਫਰੰਸ ਕਰਨ ਜਾਣਾ, ਠੀਕ ਹੈ, ਇੱਕ ਥਾਂ ਤੋਂ ਦੂਜੇ ਥਾਂ ਤੇ ਟ੍ਰੇਨਿੰਗ ਲੈਣ ਜਾਣਾ, ਇਹ ਸਾਰੇ ਵੇਜ਼ ਆਫ ਕਮਿਊਨੀਕੇਸ਼ਨ ਨੇ EMPLOYEES ਦੇ ਆਪਸ ਵਿੱਚ। ਸੋ ਲੋਕ ਕਾਹਦੇ ਤੇ ਜਾਂਦੇ? ਵਹੀਕਲਸ ਤੇ ਜਾਂਦੇ ਨੇ। ਦੂਰ ਜਾਣਾ ਹੋਵੇ ਐਰੋਪਲੇਨਸ ਤੇ ਜਾਂਦੇ ਨੇ, ਜਿਹੜੀਆਂ ਕਾਹਦੇ ਵਿੱਚ ਕੰਟਰੀਬਿਊਟ ਕਰਦੀਆਂ? ਟੌਕਸਿਕ ਗੈਸਿਸ ਦੇ ਵਿੱਚ। ਸੋ ਆਨਲਾਈਨ ਕਮਿਊਨੀਕੇਸ਼ਨ ਕਰਨਾ ਮਤਲਬ ਕਿਤੇ ਨਾ ਜਾਣਾ, that means they are saving the environment। ਸੋ ਇਹਦੇ ਤੇ ਆਪਾਂ ਇਹ ਵਾਲਾ ਬੈਨੀਫਿਟ ਆਪਾਂ ਲਿਖਣ ਲੱਗੇ। ਸੋ ਅਗਲਾ ਆਪਾਂ ਕੀ ਲਿਆ ਬਈ? ਐਡੀਸ਼ਨਲੀ another benefit of virtual communication। what is the meaning of virtual? ਤੁਹਾਡੇ ਵਰਚੁਅਲ ਫਰੈਂਡਸ ਕਿਹੜੇ ਨੇ? ਵਰਚੁਅਲ ਜਿਹੜੇ ਆਨਲਾਈਨ ਫਰੈਂਡਸ ਨੇ, ਠੀਕ ਹੈ, ਜਿਵੇਂ ਇੰਸਟਾਗ੍ਰਾਮ ਹੋ ਗਿਆ, ਫੇਸਬੁੱਕ ਹੋ ਗਿਆ। ਸੋ ਬੈਨੀਫਿਟ, ਅਨਦਰ ਬੈਨੀਫਿਟ, ਇੱਕ ਹੋਰ ਜਿਹੜਾ ਬੈਨੀਫਿਟ ਆ ਆਫ ਵਰਚੁਅਲ ਕਮਿਊਨੀਕੇਸ਼ਨ ਐਟ ਵਰਕ ਪਲੇਸਿਸ ਇਜ਼ ਸੇਵਿੰਗ ਫੋਸਲ ਫਿਊਲਸ। ਹੋਰ ਕਿਹੜਾ ਬੈਨੀਫਿਟ ਹੈਗਾ ਬਈ? ਇਜ਼ ਸੇਵਿੰਗ ਫੋਸਲ ਫਿਊਲ that individuals burn commuting from one place to another। ਜਿਹੜੇ ਨੂੰ ਇੰਡੀਵਿਜੂਅਲਸ ਕੀ ਕਰਦੇ ਆ? ਬਰਨ ਕਰਦੇ ਆ ਫੋਸਲ ਫਿਊਲ ਨੂੰ। ਫਰੋਮ ਕਮਿਊਟਿੰਗ, ਕਮਿਊਟਿੰਗ ਦਾ ਮਤਲਬ ਵਨ ਪਲੇਸ ਤੋਂ ਅਨਦਰ ਪਲੇਸ ਤੇ ਜਾਣਾ। ਫਰੋਮ ਬਰਨ ਕਮਿਊਟਿੰਗ ਫਰੋਮ ਵਨ ਪਲੇਸ ਟੂ ਅਨਦਰ ਔਨ देयर ਵਹੀਕਲਸ ਔਰ ਐਰੋਪਲੇਨਸ। ਸੋ ਕੀ ਆਪਾਂ ਆਖਿਆ? ਅਨਦਰ ਬੈਨੀਫਿਟ ਆ ਜਿਹੜਾ ਵਰਚੁਅਲ ਕਮਿਊਨੀਕੇਸ਼ਨ ਦਾ ਉਹ ਕੀ ਆ? at workplaces। so another benefit of virtual communication at workplaces is key, another benefit are saving fossil fuels that individuals burn commuting from one place to another। ਜਿਹੜੇ ਆਇਲ ਨੂੰ, ਜਿਹੜੇ ਨੂੰ ਫੋਸਲ ਫਿਊਲ ਨੂੰ ਲੋਕ ਮਚਾ ਦਿੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਤੱਕ, ਠੀਕ ਹੈ, on their vehicles or aeroplanes। ਕੀ ਕਰਨ ਵਾਸਤੇ? to attend conferences, ਹੋਰ ਕੀ? meetings ਐਂਡ ਸਕਿੱਲ ਟ੍ਰੇਨਿੰਗ। ਸੋ ਜਿਹੜੇ EMPLOYEES ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਵਾਸਤੇ ਫੋਸਲ ਫਿਊਲ ਬਚਾਉਂਦੇ ਨੇ, ਠੀਕ ਹੈ। ਸੋ ਕਾਹਦੇ ਕਰਕੇ ਬਚਦਾ ਗਾ? ਆਨਲਾਈਨ ਕਮਿਊਨੀਕੇਸ਼ਨ ਕਰਕੇ। ਪ੍ਰੋਟੈਕਟਿੰਗ ਦੀ ਇਨਵਾਇਰਨਮੈਂਟ ਫਰੋਮ ਟੌਕਸਿਕ ਪੋਲੂਟੈਂਟਸ। ਸੋ ਤਾਂ ਕਰਕੇ ਇਨਵਾਇਰਨਮੈਂਟ ਨੂੰ ਕਾਹਦੇ ਤੋਂ ਬਚਾਇਆ ਜਾਂਦਾ ਗਾ? ਪ੍ਰੋਟੈਕਟਿੰਗ ਦੀ ਇਨਵਾਇਰਨਮੈਂਟ ਫਰੋਮ ਟੌਕਸਿਕ ਪੋਲੂਟੈਂਟਸ। ਸੋ ਆਪਾਂ ਵੀ ਇੱਕ ਵਾਰ ਇਹਨੂੰ ਦੁਬਾਰੇ ਪੜ੍ਹਦੇ ਹਾਂ। ਐਡੀਸ਼ਨਲੀ ਅਨਦਰ ਬੈਨੀਫਿਟ ਆਫ ਵਰਚੁਅਲ ਕਮਿਊਨੀਕੇਸ਼ਨ ਐਟ ਵਰਕ ਪਲੇਸਿਸ ਇਜ਼ ਸੇਵਿੰਗ ਫੋਸਲ ਫਿਊਲਸ that individuals burn
commuting from one place to another on their vehicles or aeroplanes to attend conferences, meetings, and skill training, protecting the environment from toxic pollutants. So ਜੇ ਆਪਾਂ ਇਹਨੂੰ ਮਤਲਬ ਥੋੜਾ ਜਿਹਾ ਹੋਰ ਬਣਾਉਣਾ ਤਾਂ ਆਪਾਂ ਇੱਥੇ ਲਾ ਲੈਣੇ ਆ thus protecting the environment from toxic pollutants. ਕਲੀਅਰ ਹੈ? ਸੋ ਇਹ ਆਪਣੇ ਕੋਲੇ ਹੋ ਗਈਆਂ 4 ਐਡਵਾਂਟੇजेस ਹੋ ਗਈਆਂ, ਠੀਕ ਹੈ। ਇੱਕ ਆਪਾਂ ਹੋਰ ਲਿਖਾਂਗੇ, ਲਾਸਟ ਇੱਕ ਐਡਵਾਂਟੇਜ ਹੋਰ ਲਿਖਾਂਗੇ। ਸੋ ਜਿਹੜੀ ਆਪਾਂ ਲਾਸਟ ਵੀ ਐਡਵਾਂਟੇਜ ਲਿਖਣੀ ਆ ਉਹ ਕੀ ਹੈ ਕਿ ਆਨਲਾਈਨ ਕਮਿਊਨੀਕੇਸ਼ਨ ਦਾ ਬਹੁਤ ਸਾਰਾ ਫਾਇਦਾ ਹੈਗਾ। ਕਈ ਇਹੋ ਜਿਹੀਆਂ ਸਿਚੁਏਸ਼ਨ ਦੇ ਵਿੱਚ ਜਦੋਂ ਬੰਦਾ ਆਫਿਸ ਨਹੀਂ ਜਾ ਸਕਦਾ, ਅਨਪ੍ਰੈਸੀਡੈਂਟ ਟਾਈਮ ਹੁੰਦੇ ਨੇ, ਇਹੋ ਜਿਹੇ ਟਾਈਮ ਜਿਹੜਾ ਅੱਜ ਤੱਕ ਨਾ ਹੋਇਆ ਹੋਵੇ, ਜਿਵੇਂ ਕਰੋਨਾ ਪੈਂਡੈਮਿਕ ਆਇਆ ਸੀ, ਆਫਿਸਿਸ ਬੰਦ ਹੋ ਗਏ ਸੀ। ਜੇ ਬਈ ਆਨਲਾਈਨ ਕਮਿਊਨੀਕੇਸ਼ਨ ਨਾ ਹੁੰਦਾ, ਟੀਮਾਂ ਆਪਸ ਵਿੱਚ ਕਮਿਊਨੀਕੇਟ ਨਾ ਕਰ ਸਕਦੀਆਂ ਹੁੰਦੀਆਂ ਤਾਂ ਕੰਮ ਕਿੱਥੇ ਚੱਲਣਾ ਸੀ, ਠੀਕ ਹੈ। ਜਾਂ ਕਾਨਫਰੰਸਿਸ ਵਗੈਰਾ ਆਨਲਾਈਨ ਨਾ ਹੁੰਦੀਆਂ ਤਾਂ ਕਿੱਦਾਂ ਆਫਿਸਿਸ ਦੀ ਪ੍ਰੋਡਕਟਿਵਿਟੀ ਵਗੈਰਾ ਸਾਰੀ ਕੀ ਹੋ ਜਾਂਦੀ ਸੀ, ਬੰਦ ਹੋ ਜਾਂਦੀ। ਇਹੋ ਜਿਹੇ ਮਤਲਬ ਸੈਕਟਰ ਜਿਨ੍ਹਾਂ 'ਚ ਆਨਲਾਈਨ ਕਮਿਊਨੀਕੇਸ਼ਨ ਪੋਸੀਬਲ ਨਹੀਂ, ਉਹ ਓਬਵੀਅਸਲੀ ਬੰਦ ਹੋਏ ਆ। ਮੈਨੂਫੈਕਚਰਿੰਗ ਸੈਕਟਰ ਹੋ ਗਿਆ ਜਿਵੇਂ, ਠੀਕ ਹੈ। ਸੋ ਆਨਲਾਈਨ ਕਮਿਊਨੀਕੇਸ਼ਨ ਦਾ ਕੀ ਫਾਇਦਾ ਕਿ ਅਨਪ੍ਰੈਸੀਡੈਂਟ ਟਾਈਮ, ਜਿਵੇਂ ਕਿ ਹੋ ਗਿਆ ਪੈਂਡੈਮਿਕ ਆ ਗਿਆ, ਕੋਈ ਲੜਾਈ ਲੱਗ ਗਈ, ਜੇ ਮੰਨ ਲਓ ਯੂਕਰੇਨ ਰਸ਼ੀਆ ਕੌਨਫਲਿਕਟ, ਆਫਿਸਿਸ ਬੰਦ ਹੋ ਗਏ, ਤਾਂ ਮਤਲਬ ਜੇ ਆਨਲਾਈਨ ਕਮਿਊਨੀਕੇਸ਼ਨ ਨਾ ਹੁੰਦਾ ਤਾਂ ਕੰਮ ਕੀ ਹੋ ਜਾਂਦਾ, ਬੰਦ ਹੋ ਜਾਂਦਾ। ਸੋ ਇਹ ਵੀ ਫਾਇਦਾ ਹੈ ਵੀ ਕੰਮ ਚੱਲ ਸਕਦਾ, ਠੀਕ ਹੈ। ਸੋ ਲੈਟਸ ਸੀ। ਸੋ ਲਾਸਟ ਬਟ ਨੋਟ ਦ ਲੀਸਟ ਇਜ਼ ਆਵਰ ਲਾਸਟ ਕਨੈਕਟਰ, ਠੀਕ ਹੈ। डिजिटल वेज ऑफ कम्युनिकेटिंग इन प्रोफेशनल लाइफ। डिजिटल वेज, वर्चुअल कम्युनिकेशन लिख लिया, ऑनलाइन कम्युनिकेशन लिख लिया। हुण आपां किहड़े वास्ते आ गए? डिजिटल वेज ऑफ कम्युनिकेशन। जिहड़े डिजिटल वे ने, डिजिटल मतलब वही ऑनलाइन मोबाइल हो गए, ठीक है, पीसी हो गए, लैपटॉप्स हो गए। डिजिटल वेज ऑफ कम्युनिकेटिंग इन प्रोफेशनल लाइफ आर हैल्पफुल। ਇਹ ਜਿਹੜੇ ਡਿਜੀਟਲ ਵੇਸ ਨੇ ਕਮਿਊਨੀਕੇਟ ਕਰਨ ਦੇ, ਕਿਹੜੀ ਲਾਈਫ ਦੇ ਵਿੱਚ? ਪ੍ਰੋਫੈਸ਼ਨਲ ਮਤਲਬ ਵਰਕਿੰਗ ਲਾਈਫ, ਠੀਕ ਹੈ। ਸੋ ਵਰਕ ਪਲੇਸ ਤੇ ਆਪਾਂ ਐਸੇ ਲਿਖ ਰਹੇ ਹਾਂ। ਆਰ ਹੈਲਪਫੁਲ ਡਿਊਰਿੰਗ ਅਨਪ੍ਰੈਸੀਡੈਂਟਡ ਟਾਈਮਸ। ਜਦੋਂ ਵੀ ਕੋਈ ਇਹੋ ਜਿਹਾ ਟਾਈਮ ਜਿਹੜਾ ਮਤਲਬ ਕਦੇ ਨਾ ਹੋਇਆ ਹੋਵੇ, ਕੋਈ ਨਵਾਂ ਹੀ ਟਾਈਮ ਆ ਜਾਏ, ਮੰਨ ਲਓ ਪੰਜਾਬ 'ਚ ਹੁਣ ਕਿਤੇ ਵਾਰ ਨਹੀਂ ਲੱਗੀ, ਮੰਨ ਲਓ ਪੰਜਾਬ 'ਚ ਵਾਰ ਲੱਗ ਜੇ ਤਾਂ ਪੰਜਾਬ ਵਾਸਤੇ ਅਨਪ੍ਰੈਸੀਡੈਂਟਡ ਟਾਈਮ ਹੋ ਗਿਆ, ਠੀਕ ਹੈ। ਡਿਊਰਿੰਗ ਅਨਪ੍ਰੈਸੀਡੈਂਟਡ ਟਾਈਮਸ like outbreak of pandemic, ਹੋਰ ਕੀ ਹੋ ਗਿਆ? social unrest and natural calamities। ਸੋ ਮੰਨ ਲਓ ਪੈਂਡੈਮਿਕ ਦੀ ਆਊਟਬ੍ਰੇਕ ਹੋ ਗਈ, ਪੈਂਡੈਮਿਕ ਚੱਲ ਪਿਆ, social unrest ਮਤਲਬ ਸੋਸਾਇਟੀ ਦੇ ਵਿੱਚ ਰਾਇਟਸ ਹੋ ਗਏ, ਦੰਗੇ ਫਸਾਦ ਹੋ ਗਏ, ਮਤਲਬ ਸੋਸਾਇਟੀ ਦੇ ਵਿੱਚ ਅਨਰੈਸਟ ਹੋ ਗਈ, ਪੀਸਫੁਲ ਨਹੀਂ ਰਹੀ ਸੋਸਾਇਟੀ, ਕੋਈ ਸਿਵਲ ਵਾਰ ਵਗੈਰਾ ਲੱਗ ਗਈ। ਐਂਡ ਨੈਚੁਰਲ ਕੈਲਾਮਿਟੀ, ਫਲੱਡਸ ਆ ਗਏ ਜੀ, ਆਫਿਸ ਨਹੀਂ ਜਾ ਸਕਦੇ, ਤਾਂ ਮਤਲਬ ਆਨਲਾਈਨ ਕਮਿਊਨੀਕੇਸ਼ਨ ਇਜ਼ ਹੈਲਪਫੁਲ। ਐਂਡ ਵੈਨ ਆਫਿਸਿਸ ਆਰ ਕਲੋਜ਼ਡ, ਇਹੋ ਜਿਹੀਆਂ ਸਮਿਆਂ ਦੇ ਵਿੱਚ ਜਦੋਂ ਆਫਿਸ ਕੀ ਹੁੰਦੇ ਆ? ਕਲੋਜ਼ਡ, ਐਂਡ ਟੀਮਸ ਕੈਨ ਵਰਕ ਟੂ ਦੇਅਰ ਫੁੱਲ ਪੋਟੈਂਸ਼ੀਅਲ। ਸੋ ਟੀਮਸ ਕੀ ਕਰ ਸਕਦੀਆਂ ਬਈ? ਵਰਕ ਟੂ ਦੇਅਰ ਫੁੱਲ ਪੋਟੈਂਸ਼ੀਅਲ ਵਿਦਆਊਟ ਐਨੀ ਹਿੰਡਰੈਂਸ। ਹਿੰਡਰੈਂਸ ਦਾ ਮਤਲਬ ਕੀ ਹੋ ਗਿਆ? ਰੁਕਾਵਟ। ਫੁੱਲ ਪੋਟੈਂਸ਼ੀਅਲ, ਪੂਰੇ ਫੁੱਲ ਐਫੀਸ਼ੀਐਂਸੀ ਨਾਲ ਆਪਦਾ ਕੰਮ ਕਰ ਸਕਦੇ ਆ। ਸੋ ਆਪਾਂ ਲਾਸਟ ਐਡਵਾਂਟੇਜ ਕੀ ਦੱਸੀ ਕਿ ਡਿਜੀਟਲ ਵੇਜ਼ ਆਫ ਕਮਿਊਨੀਕੇਟਿੰਗ ਹੈਲਪਫੁਲ ਹੁੰਦੇ ਨੇ ਡਿਊਰਿੰਗ ਅਨਪ੍ਰੈਸੀਡੈਂਟਡ ਟਾਈਮਸ। ਅਨਪ੍ਰੈਸੀਡੈਂਟਡ ਟਾਈਮ ਆਪਾਂ 3-4 ਕੀਤੇ, ਜਦੋਂ ਆਫਿਸ ਕੀ ਹੋ ਜਾਂਦੇ ਆ? ਕਲੋਜ਼ ਹੋ ਜਾਂਦੇ ਆ। ਟੀਮਸ ਕੈਨ ਵਰਕ ਟੂ ਦੇਅਰ ਫੁੱਲ ਪੋਟੈਂਸ਼ੀਅਲ। ਟੀਮਸ ਆਪਦਾ ਪੂਰਾ ਫੁੱਲ ਜ਼ੋਰ ਨਾਲ ਕੰਮ ਕਰ ਸਕਦੀਆਂ ਬਿਨਾਂ ਕਿਸੇ ਰੁਕਾਵਟ ਤੋਂ। ਸੋ ਦਿਸ ਇਜ਼ ਅਨਦਰ benefit of online communication over the traditional way of communicating face-to-face interaction. So these are our 5 advantages. Every time I start teaching, मैं forget हर हमेशा ही भूल जाना subscribe कहना। So kindly subscribe, end ਤੇ याद आउंदा। So kindly subscribe if you're watching this video, kindly subscribe। So and share my channel with other students। so ਜੋ ਵੀ ਆਪਣੇ ਕੋਲ ਐਗਜ਼ਾਮ ਦੇ ਵਿੱਚ ਟੌਪਿਕ ਆਉਣਗੇ, ਮਤਲਬ we will solve those topics। and also ਰੀਡਿੰਗ ਤੇ ਵੀ ਜਲਦੀ ਸੈਟਅਪ ਮੈਂ ਕਰ ਰਿਹਾ। ਸੋ ਰੀਡਿੰਗ ਵੀ ਲੈ ਕੇ ਆਵਾਂਗੇ ਜਲਦੀ, ਠੀਕ ਹੈ। ਰੀਡਿੰਗ ਲੈ ਕੇ ਆਏ ਤਾਂ ਯੂ ਵਿਲ ਸੀ ਕਿ ਰੀਡਿੰਗ ਕਿੱਦਾਂ ਪੜ੍ਹਾਈ ਜਾਂਦੀ ਹੈ। ਸੋ ਆਈ ਐਮ ਟਰਾਈਂਗ ਮਾਈ ਬੈਸਟ ਕਿ ਮੈਂ ਉਹ ਸੈਟਅਪ ਪੰਜਾਬ ਦਾ ਕਰ ਲਾਂ ਰੀਡਿੰਗ ਵਾਲਾ, ਕਿਉਂਕਿ ਉਹ ਬੋਰਡ ਤੇ ਨਹੀਂ ਪੜ੍ਹਾ ਸਕਦੇ, ਉਹਦੇ ਵਾਸਤੇ ਕੋਈ ਹੋਰ ਸੈਟਅਪ ਚਾਹੀਦਾ। ਸੋ ਲਾਸਟ ਆ ਗਿਆ ਵੀ
Last way, to recapitulate, I would like to reiterate the fact that so whenever you have to write conclusion, first of all you have to write to recapitulate. I would like to reiterate, ਮੈਂ ਦੁਬਾਰਾ ਕੀ ਗੱਲ ਕਹਿਣੀ ਚਾਹਣਾ, ਜੋ ਵੀ ਆਪਾਂ ਗੱਲਾਂ ਕੀਤੀਆਂ ਉਹਨਾਂ ਦਾ ਆਪਾਂ ਕੀ ਕੱਢਣਾ, ਕਨਕਲੂਜਨ ਕੱਢਣਾ, ਠੀਕ ਹੈ। I would like to reiterate the fact that ਕੀ reiterate ਕਰਨਾ ਚਾਹਣਾ, virtual meetings and calls, ਜਿਹੜੀਆਂ virtual meetings ਨੇ, calls ਨੇ, have boosted the productivity and confidence of employees। ਸੋ ਇਹਦੇ ਨਾਲ ਜਿਹੜਾ productivity as well as confidence ਕੀ ਹੋਇਆਗਾ, boost ਹੋਇਆ, ਠੀਕ ਹੈ। EMPLOYEES ਦਾ ਜਿਹੜਾ ਹੌਸਲਾ ਗਾ ਉਹ ਜ਼ਿਆਦਾ ਵਧਿਆ, ਠੀਕ ਹੈ। and companies are able to reap countless benefits। ਸੋ ਜਿਹੜੀਆਂ able to reap ਦਾ ਮਤਲਬ ਕੀ ਹੁੰਦਾ, ਬਹੁਤ ਸਾਰੇ benefits ਲੈ ਸਕਦੀਆਂ, ਠੀਕ ਹੈ। and companies are able to reap countless benefits of the modern way of conversation among its workforce। ਸੋ ਜਿਹੜੀਆਂ ਕੰਪਨੀਆਂ ਉਹ ਕੀ ਕਰ ਸਕਦੀਆਂ, ਬਹੁਤ ਸਾਰੇ ਬੈਨੀਫਿਟਸ ਲੈ ਸਕਦੀਆਂ, are able to reap countless benefits of this modern way of conversation among its employees। ਸੋ ਜਿੰਨਾ ਵੀ ਆਪਾਂ ਫਾਇਦੇ ਸੀ ਉਹਨਾਂ ਨੂੰ ਆਪਾਂ ਕੀ ਕੀਤਾ, conclude ਕੀਤਾ। So this was our topic on online communication is more helpful than physical interaction at workplaces। so ਆਪਾਂ ਇਹਦੇ ਜ਼ਿਆਦਾ benefits ਲਿਖੇ, advantages ਲਿਖੀਆਂ। so kindly do this essay, it will be very beneficial for you। work from home ਆ ਗਿਆ, ਉਹਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ topic ਹੈ ਜਿਹਦੇ ਵਿੱਚ ਇਹ ਤੁਹਾਨੂੰ benefit ਦੇਵੇਗਾ। okay, hope you learned many new things and I hope you enjoyed this video, and kindly like, subscribe and share my channel, and see you in the next video। okay।